ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਡਾਕਟਰ ਚੀਮਾ ਥੈਂਕ ਯੂ ਫॉर द ਵਾਰਮ ਵੈਲਕਮ। ਜਿਵੇਂ ਡਾਕਟਰ ਚੀਮਾ ਜੀ ਨੇ ਦੱਸਿਆ ਮੇਰਾ ਨਾਮ ਪ੍ਰੀਤੀ ਸੂਰੀ ਹੈ ਤੇ ਮੈਂ ਪੜ੍ਹਾਈ ਖਾਣੇ ਬਾਰੇ ਖਾਣੇ 'ਚ ਸਾਨੂੰ ਕੀ ਮਿਲਦਾ ਹੈ ਖਾਣੇ ਦੇ ਪੋਸ਼ਣ ਬਾਰੇ ਕੀਤੀ ਹੈ ਤੇ ਮੈਂ ਇੱਕ ਰਜਿਸਟਰਡ ਡਾਇਟੀਸ਼ੀਅਨ ਹਾਂ। ਆਈਕਨ ਦੇ ਨਾਲ ਦਾ ਮੇਰਾ ਸਫ਼ਰ ਕਾਫੀ ਲੰਬਾ ਹੈ ਹੁਣ ਤਾਂ ਬਟ ਅੱਜ ਕੁਝ ਨਈ ਇਨਫੋਰਮੇਸ਼ਨ ਸਾਂਝੀ ਕਰਾਂਗੀ ਤੁਹਾਡੇ ਨਾਲ। ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਡਾਇਬੀਟੀਜ਼ ਦੇ ਵਿੱਚ ਸਿਹਤ ਰਹਿਣ ਦਾ ਕੀ ਤਰੀਕਾ ਹੈ, ਸਿਹਤ ਸਹੀ ਤਰੀਕੇ ਨਾਲ ਮੈਨੇਜ ਕਰਨ ਦਾ ਕੀ ਤਰੀਕਾ ਹੈ। ਉਹਦਾ ਇਹ ਤਰੀਕਾ ਹੈ ਕਿ ਆਪਣੀ ਬਲੱਡ ਸ਼ੂਗਰ ਮੈਨੇਜ ਕਰੋ। ਬਲੱਡ ਸ਼ੂਗਰ ਮੈਨੇਜ ਕਰਨ ਦਾ ਕੀ ਤਰੀਕਾ ਹੈ, ਚੰਗੀ ਤਰੀਕੇ ਨਾਲ ਆਪਣੀ ਦਵਾਈ ਖਾਓ ਤੇ ਸਹੀ ਰੋਟੀ ਖਾਓ। ਹੁਣ ਸਹੀ ਰੋਟੀ ਖਾਣ ਦਾ ਕੀ ਮਤਲਬ ਹੈ, ਕੀ ਖਾਣਾ ਕੀ ਨਹੀਂ ਖਾਣਾ, ਉਹ ਆ ਗਿਆ ਮੇਰਾ ਡਿਪਾਰਟਮੈਂਟ ਤਾਂ ਆਪਾਂ ਹੋਰ ਡੀਟੇਲ ਵਿੱਚ ਗੱਲ ਕਰਦੇ ਹਾਂ। ਸੋ ਇਹ ਜਿਹੜੀ ਮੈਂ ਸਲਾਈਡ ਅੱਜ ਦੁਬਾਰਾ ਵਿਖਾਈ ਹੈ ਇਹ ਮੇਰੀ ਇੱਕ ਤੋਂ ਦੋ ਪਹਿਲੀ ਪ੍ਰੈਜੈਂਟੇਸ਼ਨ ਵਿੱਚ ਤੁਸੀਂ ਵੇਖੀ ਹੋਏਗੀ। ਮੈਂ ਕਹਿੰਦੀ ਹਾਂ ਜਿਹਨੂੰ ਵੀ ਡਾਇਬੀਟੀਜ਼ ਦੀ ਤਕਲੀਫ ਹੈ ਉਹ ਇੱਕ ਬਿੱਲੀ ਇੱਕ ਕੈਟ ਆਪਣੇ ਘਰ ਲੈ ਜਾਓ, ਕੈਟ ਦਾ ਇੱਕ ਪੈਟ ਪਾਲ ਲਓ। ਕੈਟ ਦਾ ਕੀ ਮਤਲਬ ਹੈ ਇੰਗਲਿਸ਼ ਵਰਡ ਵਿੱਚ ਗੱਲ ਕਰਾਂਗੇ। C stands for choice, A stands for amount and T stands for time. So choice of foods ਕਿਹੜਾ ਖਾਣਾ ਖਾਣਾ ਹੈ, ਕਿਹੜੀ ਚੋਇਸ ਕਰਨੀ ਹੈ। A amount ਕਿੰਨਾ ਖਾਣਾ ਖਾਣਾ ਹੈ ਐਂਡ ਟੀ ਦ ਟਾਈਮਿੰਗ ਆਫ ਫੂਡ ਕਿੰਨੇ ਵਜੇ ਖਾਣਾ ਹੈ ਕਿੰਨੀ ਵਾਰੀ ਖਾਣਾ ਹੈ। CAT ਦੋਜ਼ ਇਹ ਤਿੰਨ ਜਿਹੜੀ ਚੀਜ਼ਾਂ ਨੇ ਬਹੁਤ ਇੰਪੋਰਟੈਂਟ ਨੇ ਬਲੱਡ ਸ਼ੂਗਰ ਮੈਨੇਜ ਕਰਨ ਦੇ ਲਈ। ਚੋਇਸ ਦੇ ਬਾਰੇ ਗੱਲ ਕਰੀਏ ਜਿਹੜਾ ਤੁਸੀਂ ਪਹਿਲੇ ਦੀ ਆਈਕਨ ਪ੍ਰੈਜੈਂਟੇਸ਼ਨਸ ਵਿੱਚ ਵੇਖਿਆ ਹੋਏਗਾ ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਹੋਲ ਵੀਟ ਰੋਟੀ ਖਾਣੀ ਚਾਹੀਦੀ ਹੈ ਜਾਂ ਨਾਨ ਖਾਣਾ ਚਾਹੀਦਾ ਹੈ ਜਾਂ ਸਾਨੂੰ ਪਨੀਰ ਖਾਣਾ ਚਾਹੀਦਾ ਹੈ ਜਾਂ ਟੋਫੂ ਖਾਣਾ ਚਾਹੀਦਾ ਹੈ, ਫੈਟ ਕਿੰਨਾ ਖਾਣਾ ਚਾਹੀਦਾ ਹੈ, ਸਾਲਟ ਕਿੰਨਾ ਖਾਣਾ ਚਾਹੀਦਾ ਹੈ। ਉਹਦੇ ਇੱਕ ਬਹੁਤ ਅਲੱਗ ਤਰੀਕੇ ਦੇ ਨਾਲ ਅੱਜ ਕਿੰਨਾ ਖਾਣਾ ਐਂਡ ਕਿਹੜਾ ਖਾਣਾ ਖਾਣਾ ਚਾਹੀਦਾ ਹੈ ਵੀ ਗੋਇੰ ਟੂ ਲੁੱਕ ਐਟ ਇਟ ਇੱਕ ਅਲੱਗ ਲੈਂਸ ਤੋਂ। ਸੋ ਆਪਾਂ ਵੇਖਦੇ ਹਾਂ ਕਿ ਕੇਲਾ ਖਾ ਲਓ, ਨਾਨ ਖਾ ਲਓ, ਐਜ਼ ਟੂ ਐਗਜ਼ਾਮਪਲਸ ਮੈਂ ਇੱਥੇ ਪਿਕ ਕੀਤੇ ਨੇ। ਕਿਹੜੀ ਵੀ ਚੋਇਸ ਕਰ ਲਓ ਡਾਈਜੈਸਟ ਹੋਣ ਤੋਂ ਬਾਅਦ ਉਹ ਸਾਡੇ ਢਿੱਡ ਵਿੱਚ ਜਦੋਂ ਡਾਈਜੈਸ਼ਨ ਪ੍ਰੋਸੈਸ ਖਤਮ ਹੁੰਦਾ ਹੈ ਗਲੂਕੋਸ ਬਣਾਉਂਦੇ ਨੇ, ਸ਼ੂਗਰ ਬਣਾਉਂਦੇ ਨੇ ਐਂਡ ਇਹ ਸ਼ੂਗਰ ਸਾਡੇ ਬਲੱਡ ਸਟਰੀਮ ਵਿੱਚ ਨੋਰਮਲ ਬੋਡੀ ਵਿੱਚ ਐਬਜ਼ੌਰਬ ਹੁੰਦਾ ਹੈ। ਪਰ ਜਿਹੜੀ ਤੁਸੀਂ ਚੋਇਸ ਕਰੋਗੇ ਬਨਾਨਾ ਤੋਂ ਡਿਫਰੈਂਟ ਬਲੱਡ ਸ਼ੂਗਰ ਇਫੈਕਟ ਮਿਲੇਗਾ ਤੁਹਾਨੂੰ ਤੇ ਨਾਨ ਜਾਂ ਕੋਈ ਹੋਰ ਖਾਣੇ ਤੋਂ ਡਿਫਰੈਂਟ ਬਲੱਡ ਸ਼ੂਗਰ ਇਫੈਕਟ ਮਿਲੇਗਾ। ਤਾਂ ਕਰਕੇ ਚੋਇਸ ਇੰਪੋਰਟੈਂਟ ਹੈ ਕਿਉਂਕਿ ਡਿਫਰੈਂਟ ਤਰੀਕੇ ਦੇ ਖਾਣੇ ਦੇ ਨਾਲ ਸਾਨੂੰ ਡਿਫਰੈਂਟ ਤਰੀਕੇ ਦਾ ਕਾਰਬੋਹਾਈਡਰੇਟ ਜਾਂ ਡਿਫਰੈਂਟ ਅਮਾਊਂਟ ਆਫ ਸ਼ੂਗਰਸ ਮਿਲਦੇ ਨੇ। ਸ਼ੂਗਰ ਦੀ ਸਾਡੇ ਬਾਡੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹਦੇ ਇਲਾਵਾ ਸਾਡੀ ਬਾਡੀ ਫੰਕਸ਼ਨ ਨਹੀਂ ਕਰ ਸਕਦੀ। ਜਿਵੇਂ ਗੈਸ ਤੋਂ ਬਗੈਰ ਕਾਰ ਨਹੀਂ ਚੱਲ ਸਕਦੀ, ਸ਼ੂਗਰ ਤੋਂ ਬਗੈਰ ਸਾਡੀ ਬਾਡੀ ਨਹੀਂ ਚੱਲ ਸਕਦੀ। ਚਾਹੇ ਉਹ ਸਾਡਾ ਦਿਮਾਗ ਹੋਏ ਜਿਹਨੂੰ ਨੋਰਮਲ ਥਿੰਕਿੰਗ ਫੰਕਸ਼ਨਿੰਗ ਆਫ ਬਾਡੀ ਦਾ ਰਿਸਪੌਂਸਿਬਿਲਿਟੀ ਹੈ, ਚਾਹੇ ਉਹ ਸਾਡਾ ਦਿਲ ਹੋਏ ਜਿਹਨੂੰ ਬਲੱਡ ਸਰਕੂਲੇਟ ਕਰਨ ਦੀ ਰਿਸਪੌਂਸਿਬਿਲਿਟੀ ਹੈ, ਸੈੱਲ ਲੈਵਲ ਦੇ ਫੰਕਸ਼ਨ ਹੋ, ਕੋਈ ਵੀ ਫੰਕਸ਼ਨ ਹੋ, ਸ਼ੂਗਰ ਇਜ਼ ਇੰਪੋਰਟੈਂਟ। ਬਟ ਐਟ ਦ ਸੇਮ ਟਾਈਮ ਜੇ ਤੁਸੀਂ ਹਿਸਾਬ ਤੋਂ ਜ਼ਿਆਦਾ ਕਾਰਬੋਹਾਈਡਰੇਟ ਜਾਂ ਸ਼ੂਗਰ ਖਾਓਗੇ ਤਦੋਂ ਤੁਹਾਡੀ ਡਾਇਬੀਟੀਜ਼ ਮੈਨੇਜ ਦੇ ਵਿੱਚ ਜ਼ਿਆਦਾ ਤਕਲੀਫ ਹੋਣੀ ਹੈ। ਸੋ ਇਹਦੀ ਜਿਹੜੀ ਚੋਇਸ ਆਫ ਫੂਡ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਫੂਡਸ ਤੋਂ ਜ਼ਿਆਦਾ ਕਾਰਬੋਹਾਈਡਰੇਟ ਜਾਂ ਜ਼ਿਆਦਾ ਸ਼ੂਗਰ ਮਿਲਦੀ ਹੈ ਉਹ ਆਪਾਂ ਨਹੀਂ ਖਾਣੇ, ਜਿਹੜੀ ਘੱਟ ਮਿਲਦੀ ਹੈ ਉਹ ਆਪਾਂ ਖਾਣੇ ਨੇ। ਜਿਵੇਂ ਕਿ ਫੋਰ ਐਗਜ਼ਾਮਪਲ ਹੁਣ ਸਰਦੀ ਦਾ ਮੌਸਮ ਹੁਣ ਹੌਲੀ ਹੌਲੀ ਹੋਪਫੁਲੀ ਖਤਮ ਹੋਣ ਤੋਂ ਆ ਗਿਆ। ਕਿੰਨੇ ਲੋਕਾਂ ਨੇ ਪਿੰਨੀ ਇੰਜੋਏ ਕੀਤੀ ਸਰਦੀਆਂ ਵਿੱਚ? ਪਿੰਨੀ ਖਾਣ ਤੋਂ ਬਗੈਰ ਤਾਂ ਸਰਦੀ ਦਾ ਮੌਸਮ ਪੂਰਾ ਹੀ ਨਹੀਂ ਹੁੰਦਾ, ਰਾਈਟ। ਜਿਵੇਂ ਕ੍ਰਿਸਮਸ ਵਿੱਚ ਕੁਕੀਜ਼, ਕੇਕ, ਚਾਕਲੇਟਸ ਐਵੇਂ ਸਾਡੇ ਘਰਾਂ 'ਚ ਪਿੰਨੀ ਬਣਦੀ ਹੈ ਜਾਂ ਬੇਸਣ ਬਣਦਾ ਹੈ, ਰਾਈਟ। ਬੇਸਣ ਵੀ ਖਾਇਆ ਹੋਣਾ, ਰਾਈਟ। ਸੋ ਇਹਨਾਂ ਦੇ ਬਗੈਰ ਚੱਲਦਾ ਤੇ ਨਹੀਂ ਹੈ, ਰਾਈਟ। ਬਟ ਐਟ ਦ ਸੇਮ ਟਾਈਮ ਤੁਸੀਂ ਜੇ ਚਾਹ ਦੇ ਗਲਾਸ ਦੇ ਨਾਲ ਜਾਂ ਚਾਹ ਦੇ ਕੱਪ ਦੇ ਨਾਲ 2 ਪਿੰਨੀਆਂ ਖਾਧੀ ਤੇ ਉਹਦੇ ਬਾਅਦ ਬਲੱਡ ਸ਼ੂਗਰ ਚੈੱਕ ਕੀਤੀ ਤਾਂ ਕਿ ਇੱਕ ਪਿੰਨੀ ਖਾਧੀ ਤੇ ਉਹਦੇ ਬਾਅਦ ਬਲੱਡ ਸ਼ੂਗਰ ਚੈੱਕ ਕੀਤੀ, ਤੁਹਾਨੂੰ ਫਰਕ ਜ਼ਰੂਰ ਦਿਖਾਈ ਦੇਗਾ। ਉਹ ਫਰਕ ਮੈਂ ਪੁਆਇੰਟ ਆਊਟ ਕਰਨਾ ਚਾਹੁੰਦੀ ਹਾਂ ਕਿ ਕਿਹੜਾ ਖਾਣੇ ਦੀ ਚੋਇਸ ਕੀਤੀ, ਕਿੰਨੇ ਅਮਾਊਂਟ ਦੀ ਚੋਇਸ ਕੀਤੀ, ਉਹਦੇ ਨਾਲ ਤੁਹਾਡਾ ਕਾਰਬੋਹਾਈਡਰੇਟ ਇਨਟੇਕ ਜਾਂ ਗਲੂਕੋਸ ਇਨਟੇਕ ਜਾਂ ਸ਼ੂਗਰ ਇਨਟੇਕ ਰਿਫਲੈਕਟ ਕਰੇਗਾ। ਹੁਣ ਇਹ ਜਿਹੜਾ ਅਮਾਊਂਟ ਜਾਂ ਜਿੰਨਾ ਸ਼ੂਗਰ ਤੁਹਾਨੂੰ ਇਹ ਖਾਣੇ 'ਚ ਮਿਲਦਾ ਹੈ ਉਹਨੂੰ ਸਾਇੰਸ ਦੇ ਥਰੂ ਤਰੀਕਾ ਗਿਣਨ ਦਾ ਆਪਾਂ ਸਾਇੰਟਿਸਟ ਨੇ ਜਾਂ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਡਿਵਾਈਸ ਕੀਤਾ, ਉਹਨੂੰ ਆਪਾਂ ਕਹਿੰਦੇ ਨੇ ਗਲਾਈਸੀਮਿਕ ਇੰਡੈਕਸ। ਮੋਸਟ ਰਿਸਰਚ ਵਿੱਚ ਜਾਂ ਤੁਸੀਂ ਜਦੋਂ ਐਜੂਕੇਸ਼ਨ ਦੇ ਪੇਪਰ ਫਲਾਇਰਸ ਮਿਲਦੇ ਨੇ ਉਹਦੇ ਅੰਦਰ ਗਲਾਈਸੀਮਿਕ ਇੰਡੈਕਸ ਦਾ ਨਾਂ ਸੁਣਿਆ ਹੋਣਾ, ਸੁਣਿਆ ਆਪਾਂ ਨਾਮ? ਯਾ ਸੋ ਇਹਦੇ ਅੰਦਰ ਜਿਹੜਾ ਆਪਾਂ ਗਲਾਈਸੀਮਿਕ ਇੰਡੈਕਸ ਦਾ ਨਾਂ ਸੁਣਦੇ ਹਾਂ ਇਟ ਇਜ਼ ਮੋਰ ਲਾਈਕ ਇੱਕ ਇਹਨੂੰ ਨਾ ਪਰਸੈਂਟੇਜ ਸਮਝ ਲਓ। ਸਕੂਲ ਦੇ ਨੰਬਰਾਂ 'ਚੋਂ ਜਿਹੜਾ ਪਰਸੈਂਟੇਜ ਮਿਲਦਾ ਸੀ ਨਾ 100 ਵਿੱਚੋਂ, ਗਲਾਈਸੀਮਿਕ ਇੰਡੈਕਸ ਵੀ ਇੱਕ ਪਰਸੈਂਟੇਜ ਹੈ। ਜਿਹੜੇ ਖਾਣੇ ਨੂੰ ਜ਼ਿਆਦਾ ਪਰਸੈਂਟੇਜ ਆਪਾਂ ਦੇ ਦਾਂਗੇ ਉਹ ਜ਼ਿਆਦਾ ਸ਼ੂਗਰ ਦਿੰਦਾ ਹੈ, ਜਿਹੜੇ ਖਾਣੇ ਨੂੰ ਘੱਟ ਪਰਸੈਂਟੇਜ ਦਿੱਤਾ ਗਿਆ ਉਹ ਘੱਟ ਸ਼ੂਗਰ ਦਿੰਦਾ ਹੈ।
गल समझ आई? बिल्कुल। सो ये जिहड़ा ग्लाइसीमिक इंडेक्स है ये पेपर दा रिपोर्ट है, बट ये वो पेपर दी रिपोर्ट है जिहदे अंदर जे तुहाडे नंबर ज्यादा है डिस्टिंक्शन या ओहदे ज्यादा या 50% या उस तो ज्यादा ਉਹ ਤੁਹਾਨੂੰ ਬੈਨੀਫਿਟ ਨਹੀਂ ਕਰਨਾ ਤੇ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਗਲਾਈਸੀਮਿਕ ਇੰਡੈਕਸ ਦੇ ਪੇਪਰ ਵਿੱਚ ਤੁਸੀਂ ਫੇਲ ਹੋਣਾ ਹੈ। ਡਸ ਦੈਟ ਮੇਕ ਸੈਂਸ? ਰਾਈਟ। ਸੋ ਇਹ ਹੋ ਗਈ ਗਲਾਈਸੀਮਿਕ ਇੰਡੈਕਸ ਦੀ ਗੱਲ। ਨਾ ਬਹੁਤ ਵੱਡਾ ਹੈ। ਮੋਸਟ ਪਬਲਿਕੇਸ਼ਨ ਜਿਹੜੀ ਡਾਇਬੀਟੀਜ਼ ਆਫ ਕੈਨੇਡਾ ਡਾਇਬੀਟੀਜ਼ ਕੈਨੇਡਾ ਤੋਂ ਤੁਸੀਂ ਵੇਖੋਗੇ ਉਹਦੇ ਅੰਦਰ ਗਲਾਈਸੀਮਿਕ ਇੰਡੈਕਸ ਫੂਡ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਲੋ ਸਾਈ ਗਲਾਈਸੀਮਿਕ ਇੰਡੈਕਸ ਫੂਡ ਖਾਓ, ਲੋ ਗਲਾਈਸੀਮਿਕ ਇੰਡੈਕਸ ਵਿੱਚ ਲੋ ਗਲਾਈਸੀਮਿਕ ਇੰਡੈਕਸ ਫੂਡਸ ਦੇ ਵਿੱਚ ਘੱਟ ਕਾਰਬੋਹਾਈਡਰੇਟ ਹੁੰਦੇ ਨੇ, ਘੱਟ ਸ਼ੂਗਰ ਹੁੰਦੀ ਹੈ, ਇਹਦੇ ਨਾਲ ਸ਼ੂਗਰ ਘੱਟ ਵੱਧਦੀ ਹੈ। ਤੇ ਲੋ ਗਲਾਈਸੀਮਿਕ ਇੰਡੈਕਸ ਦਾ ਮਤਲਬ ਇਹ ਹੈ ਜਿਹੜਾ ਅਸੀਂ ਅੱਜ ਸਮਝਿਆ। ਇੱਥੇ ਗ੍ਰਾਫ ਵਿੱਚ ਵਿਖਾਇਆ ਹੈ ਕਿ ਜਿਹੜੇ ਹਾਈ ਗਲਾਈਸੀਮਿਕ ਇੰਡੈਕਸ ਫੂਡ ਨੇ ਜਿਨ੍ਹਾਂ ਦੇ ਜ਼ਿਆਦਾ ਪਰਸੈਂਟੇਜ ਆਏ ਨੇ ਗਲਾਈਸੀਮਿਕ ਇੰਡੈਕਸ ਦੇ ਪੇਪਰ ਉਹਦੇ ਵਿੱਚ ਉਹ ਜ਼ਿਆਦਾ ਤੁਹਾਡਾ ਸ਼ੂਗਰ ਵਧਾਣਗੇ ਖਾਣ ਤੋਂ ਬਾਅਦ ਔਰ ਬਹੁਤ ਜਲਦੀ ਰਾਈਜ਼ ਵਿਖਾਣਗੇ ਤੁਹਾਡੇ ਬਲੱਡ ਸ਼ੂਗਰਸ ਵਿੱਚ। ਐਟ ਦ ਸੇਮ ਟਾਈਮ ਮੀਡੀਅਮ ਉਹ ਜਿਹੇ ਨੇ ਜਿਹੜਾ ਘੱਟ ਵਧਾਣਗੇ ਪਰ ਲੋ ਤੋਂ ਜ਼ਿਆਦਾ ਪਰ ਹਾਈ ਤੋਂ ਘੱਟ ਐਂਡ ਥੋੜੇ ਹੋਰ ਟਾਈਮ ਦੇ ਨਹੀਂ ਵਧਾਣਗੇ ਐਂਡ ਲੋ ਬਹੁਤ ਜ਼ਿਆਦਾ ਪੀਕ ਨਹੀਂ ਵਿਖਾਉਂਦਾ ਤੁਹਾਡੇ ਬਲੱਡ ਸ਼ੂਗਰਸ ਦੇ ਵਿੱਚ। ਇਹ ਉਹੀਓ ਗੱਲ ਮੈਂ ਰੈਡ ਲਾਈਟ ਦੇ ਦੁਆਰਾ ਬਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਵਿਜ਼ੂਅਲਸ ਕਈ ਵਾਰ ਸਾਨੂੰ ਹੈਲਪ ਕਰਦੇ ਨੇ। ਜੇ ਜ਼ਿਆਦਾ ਹੈ ਤਾਂ ਇਟਸ ਅ ਰੈਡ, ਜੇ ਮੀਡੀਅਮ ਹੈ ਇਟਸ ਅ ਯੈਲੋ, ਰੋਕਣ ਦੀ ਤਿਆਰੀ ਕਰ ਲਓ ਐਂਡ ਜੇ ਘੱਟ ਹੈਗਾ ਤੇ ਦੈਟਸ ਅ ਗ੍ਰੀਨ, ਉਹ ਖਾਣਾ ਸਾਡੇ ਲਈ ਸੇਫ ਹੈਗਾ। ਹੁਣ ਇੱਥੇ ਮੈਂ ਕਾਫੀ ਸਾਰੇ ਖਾਣਿਆਂ ਨੂੰ ਗਲਾਈਸੀਮਿਕ ਇੰਡੈਕਸ ਦੇ ਟੇਬਲ ਵਿੱਚ ਪਾਇਆ ਹੈ, ਰਾਈਟ। ਜਿਹੜਾ ਰੈਡ ਹੈਗਾ ਉਹ ਹਾਈ ਗਲਾਈਸੀਮਿਕ ਇੰਡੈਕਸ ਹੈ। ਇਸ ਤੋਂ ਅਸੀਂ ਪਰਹੇਜ਼ ਕਰਨਾ ਹੈ, ਨਹੀਂ ਖਾਣੇ ਦੀ ਗੱਲ ਨਹੀਂ ਪਰ ਪਰਹੇਜ਼ ਕਰਨਾ ਹੈ ਕਿਉਂਕਿ ਇਹ ਖਾਣਾ ਸਾਡਾ ਬਲੱਡ ਸ਼ੂਗਰ ਜ਼ਿਆਦਾ ਵਧਾਉਂਦਾ ਹੈ। ਮੀਡੀਅਮ ਜਿਹੜਾ ਹੈਗਾ ਉਹ ਫਿਰ ਵੀ ਤੁਸੀਂ ਜ਼ਿਆਦਾ ਬਹੁਤ ਜ਼ਿਆਦਾ ਪਰਹੇਜ਼ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਜਿਹੜਾ ਗ੍ਰੀਨ ਵਾਲਾ ਹੈਗਾ ਲੋ ਗਲਾਈਸੀਮਿਕ ਇੰਡੈਕਸ ਮੋਸਟ ਸਾਡੇ ਮੀਲਸ ਇਹਦੇ 'ਚ ਬਣੇ ਹੋਣੇ ਚਾਹੀਦੇ ਨੇ। ਫੋਰ ਐਗਜ਼ਾਮਪਲ ਹੈਵੀ ਮਿਕਸਡ ਗ੍ਰੇਨ ਬ੍ਰੈਡ। ਸੋ ਹੈਵੀ ਮਿਕਸਡ ਗ੍ਰੇਨ ਬ੍ਰੈਡ ਕੀ ਹੁੰਦੀ ਹੈ, ਰਾਈਟ। ਇੰਨੀ ਬ੍ਰੈਡ ਦੀ ਵੈਰਾਈਟੀਆਂ ਨੇ ਸਾਡੇ ਕੋਲ, ਰਾਈਟ। ਸੋ ਨਾ ਤੇ ਨਾ ਜਾਓ ਜਦੋਂ ਤੁਸੀਂ ਗਰੋਸਰੀ ਖਰੀਦਣ ਜਾਂਦੇ ਹੋ, ਨਾ ਵੇਖੋ ਤੁਸੀਂ ਉਹ ਬ੍ਰੈਡ ਦਾ ਟੈਕਸਚਰ ਵੇਖੋ। ਜੇ ਉਹਦੇ ਅੰਦਰ ਦਾਣੇ ਨੇ, ਮੋਟਾ ਪਿਸਿਆ ਹੋਇਆ ਦਾਣਾ ਹੈ, ਉਹ ਬ੍ਰੈਡ ਤੁਸੀਂ ਲੈਣੀ ਹੈ। ਜੇ ਤੁਹਾਡੀ ਬ੍ਰੈਡ ਦੀ ਸਲਾਈਸ ਦੇ ਵਿੱਚ ਮੋਟਾ ਪਿਸਿਆ ਹੋਇਆ ਅਨਾਜ ਦਾ ਦਾਣਾ ਨਹੀਂ ਹੈ ਉਹ ਤੁਸੀਂ ਨਹੀਂ ਲੈਣੀ। ਜਿੰਨਾ ਮੋਟਾ ਪਿਸਿਆ ਹੋਏਗਾ ਉਹਨਾਂ ਜ਼ਿਆਦਾ ਹੋਗਾ। ਜਿੰਨੇ ਜ਼ਿਆਦਾ ਤਰੀਕੇ ਦੇ grains ਹੋਣਗੇ ਉਹਨਾਂ ਜ਼ਿਆਦਾ ਅੱਛਾ ਹੋਗਾ। ਤਾਂ ਕਰਕੇ ਕੀ ਲਿਖਿਆ ਹੈ ਹੈਵੀ ਮਿਕਸਡ ਗ੍ਰੇਨ। ਸਪੈਲਟ ਬ੍ਰੈਡ ਅਗੇਨ ਇਹ ਵੀ ਉਹੀ ਜਿਹਦੀ ਪ੍ਰੋਪਰਲੀ ਜ਼ਿਆਦਾ ਦਾਣੇ ਵਾਲੀ ਹੁੰਦੀ ਹੈ। ਸਾਵਰ ਡੋ ਜਿਹੜੀ ਖੱਟੀ ਵਾਲੀ ਬ੍ਰੈਡ ਹੁੰਦੀ ਹੈ ਉਹ ਦੈਟ ਇਜ਼ ਅ ਗੁੱਡ ਚੋਇਸ। ਟੋਰਟੀਆ ਹੋਲ ਵੀਟ ਜਿਹਦੇ ਅਸੀਂ ਕਦੇ ਫੁਲਕੇ ਨਹੀਂ ਬਣਾਏ ਜਾਂ ਟੋਰਟੀਆ ਯੂਜ਼ ਕੀਤਾ ਜਾਂ ਰੈਪ ਬਣਾਉਣ ਦੀ ਕੋਸ਼ਿਸ਼ ਕੀਤੀ ਅਗੇਨ ਟੋਰਟੀਆ ਹੋਲ ਵੀਟ। ਬਾਰਲੀ ਹੁਣ ਮੈਂ ਵੇਖ ਰਹੀ ਹਾਂ ਕਾਫੀ ਆਪਣੀ ਕਮਿਊਨਿਟੀ ਵਿੱਚ ਵੀ ਬਾਰਲੀ ਯੂਜ਼ ਕੀਤੀ ਜਾਂਦੀ ਪਈ ਹੈ। ਪਾਸਤਾ ਖਾਣਾ ਹੈ ਤਾਂ ਦੈਟਸ ਅ ਗ੍ਰੀਨ ਫਾਰਮ ਐਜ਼ ਵੈਲ। ਕੀਨਵਾ ਅਗੇਨ ਵਧੀਆ ਚੋਇਸ ਹੈ। ਰਾਈਸ ਕਨਵਰਟਡ ਜਾਂ ਪਾਰਬੋਇਲ, ਰਾਈਟ। ਮੀਡੀਅਮ ਜਿਹੜੀ ਕਦੇ ਜਾਂ ਪਰਹੇਜ਼ ਥੋੜੇ ਜਿਹੇ ਪਰਹੇਜ਼ ਦੇ ਨਾਲ ਚਲਾਉਣ ਵਾਲੀ ਚੋਇਸਿਸ ਨੇ ਉਹਦੇ ਅੰਦਰ ਆਉਂਦੀ ਹੈ ਸਾਡੀ ਹੋਲ ਵੀਟ ਦੀ ਰੋਟੀ, ਰਾਈਟ। ਕਿਉਂਕਿ ਹੋਲ ਵੀਟ ਦਾ ਆਟਾ ਕਣਕ ਦਾ ਪਿਸਿਆ ਹੋਇਆ ਆਟਾ ਜਿਹੜਾ ਆਪਾਂ ਇੰਡੀਆ 'ਚ ਪਾਕਿਸਤਾਨ ਵਿੱਚ ਖਾਂਦੇ ਸੀ ਉਹਦੇ ਅੰਦਰ ਜਿਹੜਾ ਧੂਰਾ ਹੁੰਦਾ ਸੀ ਉਹ ਸਾਡੇ ਆਟੇ ਇੱਥੇ 'ਚ ਨਹੀਂ ਪਾਇਆ ਜਾਂਦਾ, ਰਾਈਟ। ਜੇ ਤਾਂ ਤੁਸੀਂ ਉਹ ਧੂਰੇ ਵਾਲਾ ਆਟਾ ਖਾਓ ਜਿਹਨੂੰ ਆਪਾਂ ਬ੍ਰੈਨ ਇੱਥੇ ਕਹਿੰਦੇ ਆ ਉਹ ਤੁਹਾਡਾ ਗ੍ਰੀਨ ਵਿੱਚ ਆ ਜਾਂਦਾ। ਬਟ ਮੋਸਟ ਜਿਹੜਾ ਆਪਾਂ ਰੋਟੀਆਂ ਬਣਾਉਣ ਵਿੱਚ ਇੱਥੇ ਆਟਾ ਖਰੀਦਦੇ ਆ that is medium glycemic index ਕਿਉਂਕਿ ਉਹਦੇ ਅੰਦਰ ਉਹ ਧੂੜਾ ਜਿਹੜਾ ਬ੍ਰੈਨ ਹੈਗਾ ਉਹ ਨਹੀਂ ਹੈਗਾ। ਪੰਪਰਨਿਕਲ ਬ੍ਰੈਡ again very good choice। ਸਾਰਿਆਂ ਨੂੰ ਨਹੀਂ ਸਵਾਦ ਲੱਗਦੀ ਪਰ ਮੈਂ ਫਿਰ ਵੀ ਇੱਥੇ ਪਾਈ ਹੈ ਕਿਉਂਕਿ ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ। wheat bread ਵੀ ਇਹਦੇ ਅੰਦਰ ਆ ਜਾਂਦੀ ਹੈ। ਨਾਓ ਰਾਈਸ ਦਾ ਸਵਾਲ ਕਈ ਵਾਰੀ ਉੱਠਦਾ ਹੈ। ਬਾਸਮਤੀ ਰਾਈਸ ਜਿਹੜੇ ਨੇ ਜਿਹੜੀ ਮੋਸਟ ਸਾਡੀ ਕਮਿਊਨਿਟੀ ਆਪਾਂ ਘਰਾਂ 'ਚ ਯੂਜ਼ ਕਰਦੇ ਆ ਉਹ ਯੈਲੋ ਕੈਟੇਗਰੀ ਵਿੱਚ ਆਉਂਦੀ ਹੈ। ਦਲੀਆ ਕੂਸਕੂਸ ਉਹ ਵੀ ਯੈਲੋ ਕੈਟੇਗਰੀ ਵਿੱਚ ਆਉਂਦਾ ਹੈ। ਰਾਈਸ ਨੂਡਲਸ ਉਹ ਵੀ ਇੱਕ ਕੈਟੇਗਰੀ ਵਿੱਚ ਆਉਂਦੇ ਨੇ। ਹੁਣ ਖਾਸ ਕਰ ਮੈਂ ਪੁਆਇੰਟ ਆਊਟ ਕਰਨਾ ਚਾਹਾਂਗੀ ਕਿ ਜਿਹੜੇ ਵਾਈਲਡ ਰਾਈਸ ਨੇ ਜਿਹੜੇ ਬਰਾਊਨ ਰਾਈਸ ਵਰਗੇ ਹੁੰਦੇ ਨੇ ਉਹ ਤੇ ਬਾਸਮਤੀ ਰਾਈਸ ਉਹ ਦੋਨੋਂ ਮੀਡੀਅਮ ਕੈਟੇਗਰੀ ਵਿੱਚ ਹੈਗੇ ਨੇ। ਤੇ ਜਿਹੜਾ ਹਾਈਪ ਵਿੱਚ ਚੱਲਿਆ ਸੀ ਨਾ ਸਾਰੇ ਕਹਿੰਦੇ ਸੀ ਬਰਾਊਨ ਰਾਈਸ ਖਾ ਲਓ, ਵਾਈਲਡ ਰਾਈਸ ਖਾ ਲਓ, ਆਪਾਂ ਕਹਿੰਦੇ ਸੀ ਇਹ ਤਾਂ ਖਾਣ ਨਹੀਂ ਹੁੰਦੇ ਇਹਨੇ ਚਬਾਉਣ ਵਿੱਚ ਹਾਰਡ ਨੇ, ਬਣਦੇ ਨਹੀਂ ਨੇ ਈਜ਼ੀਲੀ। ਬਾਸਮਤੀ ਰਾਈਸ ਇਜ਼ ਇਕੁਅਲੀ ਅ ਗੁੱਡ ਆਪਸ਼ਨ, ਰਾਈਟ। ਤੇ ਜਿਹੜੇ ਹਾਈ ਗਲਾਈਸੀਮਿਕ ਇੰਡੈਕਸ ਫੂਡਸ ਨੇ ਜਿਹੜੇ ਤੋਂ ਤੁਹਾਨੂੰ ਐਬਸੋਲੂਟ ਪਰਹੇਜ਼ ਕਰਨਾ ਚਾਹੀਦਾ ਉਹ ਹੈ ਵਾਈਟ ਬ੍ਰੈਡ ਐਂਡ ਨਾਨ ਕਿਉਂਕਿ ਇਹ ਮੈਦੇ ਤੋਂ ਬਣੀ ਇਹਦੇ ਅੰਦਰ ਐਬਸੋਲੂਟਲੀ ਲੋ ਫਾਈਬਰ ਹੈਗਾ। ਨਾਲ ਦੇ ਨਾਲ ਜੈਸਮਿਨ ਰਾਈਸ, ਮਿਲਟ ਐਂਡ ਸਟਿਕੀ ਰਾਈਸ ਸਾਡੇ ਕਮਿਊਨਿਟੀ ਘੱਟ ਯੂਜ਼ ਕਰਦੇ ਨੇ, ਆਪਾਂ ਨਹੀਂ ਪਸੰਦ ਕਰਦੇ ਚਿਪਕੇ ਹੋਏ ਚੌਲ ਬਟ ਫਿਰ ਵੀ ਜੇ ਤੁਸੀਂ ਟਰਾਈ ਕਰਨਾ ਚਾਹੋ।
ਹੁਣ ਆਈ ਦੂਜੀ ਗੱਲ ਗਲਾਈਸੀਮਿਕ ਇੰਡੈਕਸ ਫੂਡ ਤੇ ਹੀ ਕੈਟਾਗਰੀ ਵਿੱਚ ਫਰੂਟ ਮੋਸਟ ਮੈਂ ਸੁਣਦੀ ਹਾਂ ਸੇਬ ਖਾ ਸਕਦੇ ਹਾਂ, ਕੇਲਾ ਖਾ ਸਕਦੇ ਹਾਂ ਜਾਂ ਅੰਗੂਰ ਖਾ ਸਕਦੇ ਹਾਂ ਕਿ ਨਹੀਂ, ਸੇਬ ਅੰਬ ਖਾ ਸਕਦੇ ਹਾਂ ਕਿ ਨਹੀਂ, ਸਪੈਸ਼ਲੀ ਹੁਣ ਅੰਬ ਦਾ ਸੀਜ਼ਨ ਆਣਾ ਹੈ। ਦਿਸ ਚਾਰਟ ਮੈਂ ਤਾਂ ਕਰਕੇ ਸਪੈਸ਼ਲੀ ਇੱਥੇ ਪਾਇਆ ਹੈ ਕਿ ਸਿਰਫ ਇੱਕ ਫਰੂਟ ਹੈਗਾ ਜਿਹੜਾ ਰੈਡ ਕੈਟਾਗਰੀ ਜਾਂ ਗਲਾਈਸੀਮਿਕ ਇੰਡੈਕਸ ਫੇਲ ਕੈਟਾਗਰੀ ਵਿੱਚ ਆਇਆ ਐਂਡ ਦੈਟ ਇਜ਼ ਵਾਟਰਮੈਲਨ, ਰਾਈਟ। ਹੁਣ ਅਗੇਨ ਮੈਂ ਦੁਹਰਾਉਣਾ ਚਾਹਾਂਗੀ ਕਿ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵਾਟਰਮੈਲਨ ਬਿਲਕੁਲ ਨਹੀਂ ਖਾਣਾ, ਵਾਟਰਮੈਲਨ ਪਰਹੇਜ਼ ਦੇ ਨਾਲ ਖਾਣਾ ਹੈ ਕਿਉਂਕਿ ਵਾਟਰਮੈਲਨ ਦੇ ਵਿੱਚ ਵੀ ਕਾਫੀ ਵਿਟਾਮਿਨਸ ਪਾਏ ਜਾਂਦੇ ਨੇ ਤੇ ਪਾਣੀ ਪਾਇਆ ਜਾਂਦਾ ਹੈ, ਬਟ ਥੋੜੇ ਪਰਹੇਜ਼ ਦੇ ਨਾਲ ਖਾਣਾ ਕਿਉਂਕਿ ਇਹਦੇ ਅੰਦਰ ਸ਼ੂਗਰ ਹੁੰਦੀ ਹੈ ਕਾਫੀ ਜ਼ਿਆਦਾ। ਜਿਹੜਾ ਪੀਲਾ ਰਾਈਪ ਬਨਾਨਾ ਹੈ ਉਹ ਯੈਲੋ ਕੈਟਾਗਰੀ ਵਿੱਚ ਆ ਗਿਆ, ਉਹ ਕਦੇ ਕਦਾਈ ਠੀਕ ਹੈ। ਬਾਕੀ ਸਾਰੇ ਫਰੂਟਸ ਤੁਸੀਂ ਵੇਖੋ, ਐਪਲ ਹੋ ਗਿਆ, ਐਪਰੀਕॉट ਹੋ ਗਿਆ, ਕੇਲਾ ਹੋ ਗਿਆ, ਬੈਰੀਜ਼ ਹੋ ਗਈ, ਕੈਂਟਲੂਪ, ਗ੍ਰੇਪ ਫਰੂਟ, ਹਨੀ ਡਿਊ ਮੈਲਨ, मैंगो स्पेशली ਇਹਦਾ ਬਹੁਤ ਸਵਾਲ ਉੱਠਦਾ ਹੈ, ਔਰੇਂਜ, ਪੀਚ, ਪਲਮ, ਪੋਮਗ੍ਰੇਨੇਟ ਫਰੂਟਸ, ਸਾਰੇ ਜਿਹੜੇ ਫਰੂਟਸ ਮਿਲਦੇ ਨੇ ਉਹ ਸਾਰੇ ਗ੍ਰੀਨ ਕੈਟਾਗਰੀ ਵਿੱਚ ਨੇ। ਦੈਟ ਮੀਨਸ ਇਹ ਸਾਰੇ ਤੁਹਾਡੇ ਲਈ, ਤੁਹਾਨੂੰ ਡਾਇਬੀਟੀਜ਼ ਹੈਗੀ ਹੈ ਟਾਈਪ 1 ਟਾਈਪ 2 ਜਾਂ ਡਾਇਬੀਟੀਜ਼ ਨਹੀਂ ਹੈਗੀ, ਇਹ ਸਾਰੇ ਤੁਹਾਡੇ ਲਈ ਹੈਲਥੀ ਨੇ ਐਂਡ ਇਹ ਸਾਰੇ ਲੋ ਗਲਾਈਸੀਮਿਕ ਇੰਡੈਕਸ ਨੇ, ਮਤਲਬ ਕਿ ਤੁਹਾਡੇ ਲਈ ਜ਼ਿਆਦਾ ਸ਼ੂਗਰ ਨਹੀਂ ਰੇਜ਼ ਕਰਨਗੇ। ਅੱਗੇ ਵਧते हुए ਵੈਜੀਟੇਬਲਸ ਦੀ ਗੱਲ ਕਰੀਏ ਕਿਉਂਕਿ ਸਬਜ਼ੀ ਵੀ ਕਾਫੀ ਖਾਈ ਜਾਂਦੀ ਸਾਡੀ ਕਮਿਊਨਿਟੀ ਵਿੱਚ, ਕੋਈ ਵੀ ਸਬਜ਼ੀ ਹਾਈ ਗਲਾਈਸੀਮਿਕ ਫੂਡ ਜਾਂ ਨਾ ਜਾਂ ਜ਼ਿਆਦਾ ਪਰਹੇਜ਼ ਵਾਲੀ ਕੈਟਾਗਰੀ ਵਿੱਚ ਨਹੀਂ ਹੈ। ਮੀਡੀਅਮ ਪਰਹੇਜ਼ ਵਾਲੀ ਕੈਟਾਗਰੀ ਵਿੱਚ ਇੱਕ ਹੀ ਆਉਂਦਾ, ਉਹ ਇੱਕ ਹੈ ਆਲੂ, ਰਾਈਟ। ਹੁਣ ਅੱਜ ਦੀ ਕੇਟਰਿੰਗ ਦੀ ਗੱਲ ਕਰੀਏ, ਜਦੋਂ ਅਸੀਂ ਕੇਟਰਰਸ ਨੂੰ ਅੱਜ ਦਾ ਖਾਣੇ ਦੀ ਆਰਡਰ ਦਿੱਤਾ ਸੀ, ਮੈਂ ਆਲਰੇਡੀ ਥੋੜੀ ਸਮਾਈਲਸ ਵੇਖਦੀ ਪਈ ਹਾਂ ਇੱਥੇ ਐਂਡ ਆਮ ਸ਼ੋਰ ਹੋਰ ਸਵਾਲ ਉੱਠਣਗੇ, ਬਟ ਸਪੈਸੀਫਿਕਲੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਮਿਕਸ ਵੈਜੀਟੇਬਲ ਦੇ ਵਿੱਚ ਸਾਨੂੰ ਆਲੂ ਨਹੀਂ ਚਾਹੀਦਾ, ਬਾਕੀ ਹੋਰ ਜਿਹੜੀ ਮਰਜ਼ੀ ਸਬਜ਼ੀ ਪਾ ਦਿਓ ਪਰ ਆਲੂ ਨਹੀਂ ਪਾਣਾ। ਪਰ ਪਤਾ ਨਹੀਂ ਸਾਡੀ ਕਮਿਊਨਿਟੀ ਦੀ ਜ਼ਿੰਦਾ ਦਿਲੀ ਹੈਗੀ ਹੈ, ਮੈਂ ਚੰਗੀ ਗੱਲ ਕਰਾਂ ਜਾਂ ਇਹ ਸਾਡੀ ਹਸਪਿਟੈਲਿਟੀ ਦਾ ਤਰੀਕਾ ਹੈ, ਪਰ ਜਦ ਤੱਕ ਅਸੀਂ ਵੱਧ ਚੜ ਕੇ ਅੱਗੇ ਟ੍ਰੈਡੀਸ਼ਨਲ ਰੈਸਿਪੀਜ਼ ਨਾ ਫੋਲੋ ਕਰ ਲਈਏ ਤਦ ਤੱਕ ਸਾਨੂੰ ਲੱਗਦਾ ਨਹੀਂ ਕਿ ਸਾਡੀ ਹਸਪਿਟੈਲਿਟੀ ਪੂਰੀ ਹੋਈ ਹੈ। ਸੋ ਇਹੋ ਪੁਆਇੰਟ ਮੈਂ ਅੱਗੇ ਚੱਲ ਕੇ ਜਦੋਂ ਹੋਸਟਿੰਗ ਤੇ ਬਾਹਰ ਖਾਣ ਦੀ ਗੱਲ ਕਰਾਂਗੀ, ਆਈ ਵੁੱਡ ਲਾਈਕ ਟੂ ਪੁਆਇੰਟ ਆਊਟ ਅਗੇਨ, ਬਟ ਆਲੂ ਤੋਂ ਪਰਹੇਜ਼ ਕਰੋ। ਜ਼ਰੂਰੀ ਨਹੀਂ ਕਿ ਹਰ ਸਬਜ਼ੀ ਵਿੱਚ ਆਲੂ ਪੈਣਾ ਹੀ ਹੈ ਕਿਉਂਕਿ ਪਹਿਲਾਂ ਪੈਂਦਾ ਸੀ, ਘੱਟ ਪਾ ਲਓ, ਰਾਈਟ, ਬਟ ਆਲੂ ਇਜ਼ ਵਨ ਵੈਜੀਟੇਬਲ ਜਿਹਦੇ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਬਾਕੀ ਸਾਰੇ ਵੈਜੀਟੇਬਲਸ ਲੋ ਗਲਾਈਸੀਮਿਕ ਇੰਡੈਕਸ ਫੂਡਸ ਵਿੱਚ ਆਉਂਦੇ ਨੇ। ਭਰਪੂਰ ਖਾਓ, ਸਟੀਮ ਕਰਕੇ ਖਾਓ, ਸਬਜ਼ੀ ਬਣਾ ਕੇ ਖਾਓ, ਕੱਚੇ ਖਾਓ, ਜਿਸ ਵੀ ਤਰੀਕੇ ਦੇ ਨਾਲ ਖਾਓ, ਕੋਈ ਹਰਜ਼ ਨਹੀਂ ਹੈ, ਪਰ ਸਾਰੇ ਸਬਜ਼ੀਆਂ ਅਲਾਉਡ ਨੇ। ਆਵਾਕਾਡੋ, ਬ੍ਰੋਕਲੀ, ਕੈਬੇਜ, ਕਾਲੀਫਲਾਵਰ, ਸੈਲਰੀ, ਕਕੜੀ, ਐਗ ਪਲਾਂਟ, ਲੈਟਸ, ਸਾਗ, mushrooms, pepper, ਸਾਰੀ ਸਬਜ਼ੀਆਂ, they're all good. ਅੱਗੇ ਗੱਲ ਕਰੀਏ ਡੇਰੀ ਜਾਂ ਮੀਟ ਆਲਟਰਨੇਟਿਵਸ ਦੀ, ਦੁੱਧ ਲੋ ਗਲਾਈਸੀਮਿਕ ਇੰਡੈਕਸ ਹੈਗਾ, ਸੇਮ ਯੋਗਰਟ, ਦਹੀਂ ਦੀ ਗੱਲ ਆ ਜਾਂਦੀ ਹੈ। ਜਿਹੜੀ ਦਾਲਾਂ ਹੈਗੀਆਂ ਨੇ, ਚਨੇ ਹੋ ਗਏ, ਰਾਜਮਾ ਹੋ ਗਏ, ਮੂੰਗ ਬੀਨਸ ਹੋ ਗਏ, ਇਹ ਸਾਰੇ ਸੋਇਆਬੀਨਸ ਹੋ ਗਏ, ਇਹ ਸਾਰੇ ਲੋ ਗਲਾਈਸੀਮਿਕ ਇੰਡੈਕਸ ਫੂਡਸ ਵਿੱਚ ਆਉਂਦੇ ਹਨ। ਹੁਣ ਇੱਕ ਮਿੰਟ ਲਈ ਮੈਂ ਆਪਣੀ ਸਲਾਈਡਸ ਤੋਂ ਪਿੱਛੇ ਜਾ ਕੇ ਤੁਹਾਨੂੰ ਦੁਬਾਰਾ ਯਾਦ ਦਿਲਾਣਾ ਚਾਹਾਂਗੀ ਕਿ ਹਾਈ ਗਲਾਈਸੀਮਿਕ ਫੂਡਸ ਵਿੱਚ ਸਭ ਤੋਂ ਜ਼ਿਆਦਾ ਆਇਆ ਕਿਹੜਾ? ਸਟਾਰਚ, ਅਨਾਜ ਤੋਂ ਬਣੀਆਂ ਚੀਜ਼ਾਂ। ਸੋ ਸਭ ਤੋਂ ਜ਼ਿਆਦਾ ਅਨਾਜ ਤੋਂ ਬਣੀ ਚੀਜ਼ਾਂ ਤੋਂ ਅਸੀਂ ਪਰਹੇਜ਼ ਕਰਨਾ ਹੈ, ਧਿਆਨ ਕਰਨਾ ਹੈ। ਬਾਕੀ ਸਬਜ਼ੀਆਂ, ਦਾਲਾਂ, ਫਲ, ਫਰੂਟ, ਇਹ ਸਾਰੇ ਜਿੰਨੇ ਹੋ ਸਕੇ ਭਰਪੂਰ ਖਾਓ, ਰਾਈਟ। ਹੁਣ ਇਹ ਚੀਜ਼ਾਂ ਤੇ ਮੈਂ ਕਿੱਥੇ ਗੱਲ ਕੀਤੀ ਨਹੀਂ, ਸੇਮ ਚੀਜ਼ ਜਿਹੜਾ ਗੁਲਾਬ ਜਾਮੁਨ ਜਾਂ ਜਲੇਬੀ ਅੱਜ ਦੀ ਟ੍ਰੇ ਤੇ ਆ ਗਈ ਸੀ ਕੇਟਰਰਸ ਨੂੰ ਮਨਾ ਕਰਨ ਤੋਂ ਬਾਵਜੂਦ, ਉਹਦੀ ਗੱਲ ਤੇ ਮੈਂ ਹਲੇ ਕੀਤੀ ਨਹੀਂ, ਰਾਈਟ, ਬਿਕਾਜ਼ ਇਹ ਸਾਰੇ ਜਿਹੜੇ ਫੂਡਸ ਨੇ ਇਹ ਨਾਰਮਲ ਕੁਦਰਤ ਤੋਂ ਬਣਾਏ ਹੋਏ ਫੂਡਸ ਨਹੀਂ ਨੇ, ਇਹ ਸਾਡੇ ਬਣਾਏ ਹੋਏ ਫੂਡਸ ਨੇ, ਰਾਈਟ। ਇਹਦੇ ਵਿੱਚ ਅਸੀਂ ਸਵਾਦ ਦਾ ਧਿਆਨ ਰੱਖਿਆ ਹੈ, ਨਾ ਕਰਕੇ ਪੋਸ਼ਣ ਦਾ ਧਿਆਨ ਰੱਖਿਆ ਹੈ। ਸੋ ਇਹ ਸਾਰੇ ਮੋਸਟਲੀ ਹਾਈ ਗਲਾਈਸੀਮਿਕ ਫੂਡਸ ਵਿੱਚ ਆਉਂਦੇ ਨੇ। ਕਾਦੋਂ ਇਹਨਾਂ ਦੇ ਫੈਟ ਜਿੰਨਾ ਪਾਇਆ ਗਿਆ ਉਹਦੇ ਤੇ ਕਰਕੇ, ਕਾਦੋਂ ਇਹਨਾਂ ਦੇ ਮਿੱਠਾ ਕਿੰਨਾ ਪਾਇਆ ਉਹਨਾਂ ਦੇ ਕਰਕੇ, ਜਾਂ ਕਿਸੇ ਨਾ ਕਿਸੇ ਤਰੀਕੇ ਦੇ ਰੀਜ਼ਨਸ ਦੇ ਨਾਲ ਇਹ ਹਾਈ ਗਲਾਈਸੀਮਿਕ ਫੂਡਸ ਵਿੱਚ ਆ ਜਾਂਦੇ ਨੇ। ਮੈਨੂੰ ਪਤਾ ਹੁੰਦਾ ਜੇ ਕੇਟਰਰਸ ਨੇ ਅੱਜ ਗੁਲਾਬ ਜਾਮੁਨ ਜਾਂ ਜਲੇਬੀ ਪਾ ਦੇਣੀ, ਮੈਂ ਉਹ ਵੀ ਪਿਕਚਰ ਇੱਥੇ ਲਾ ਦੇਣੀ ਸੀ, ਪਰ ਮੈਨੂੰ ਪਹਿਲਾਂ ਪਤਾ ਨਹੀਂ ਸੀ। ਸੋ ਮਫਿਨ ਹੈਗਾ, ਆਪਾਂ ਚਲਾ ਲਾਂਗੇ ਉਹਦੇ ਨਾਲ, ਰਾਈਟ। ਹੁਣ ਅੱਗੇ ਦੀ ਗੱਲ ਕਰੀਏ ਅਮਾਊਂਟ ਆਫ ਦ ਫੂਡ, ਰਿਮੈਂਬਰ ਦ CAT ਜਿਹਦੀ ਮੈਂ ਗੱਲ ਕੀਤੀ ਸੀ, ਅਮਾਊਂਟ ਆਫ ਫੂਡ। ਇੱਕ ਬੜੀ ਵੱਡੀ ਅੱਜ ਕੱਲ੍ਹ ਥਿਊਰੀ ਚੱਲਦੀ ਪਈ ਹੈ ਐਂਡ ਮੋਸਟ ਮਿਡਲ ਏਜ ਜਨਰੇਸ਼ਨ ਇਹਦੀ ਗੱਲ ਕਰਦੀ ਹੈ ਇੰਟਰਮਿਟੈਂਟ ਫਾਸਟਿੰਗ ਦੀ, ਰਾਈਟ। ਹੁਣ ਜ਼ਿਆਦਾ ਚਾਹ ਚੜ ਗਿਆ ਹੈ ਸਾਰਿਆਂ ਨੂੰ ਇੰਟਰਮਿਟੈਂਟ ਫਾਸਟਿੰਗ ਕਰਨ ਦਾ ਕਿ ਇੰਨੇ ਵਜੇ ਖਾਣਾ ਬੰਦ, ਇੰਨੇ ਵਜੇ ਖਾਣਾ ਸ਼ੁਰੂ, 18 ਘੰਟੇ ਨਹੀਂ ਖਾਣਾ, 12 ਘੰਟੇ ਨਹੀਂ ਖਾਣਾ, 20 ਘੰਟੇ ਨਹੀਂ ਖਾਣਾ, ਰਾਈਟ। ਪਰ ਆਪਾਂ ਜੇ 올ਡ ਏਜ ਦੀ ਆਪਾਂ ਗੱਲ ਕਰੀਏ, ਤੁਹਾਡੇ ਵੀ ਗ੍ਰੈਂਡ ਪੇਰੈਂਟਸ ਇੱਕ ਤਰੀਕਾ ਹੁੰਦਾ ਸੀ ਘਰਾਂ ਵਿੱਚ ਖਾਣ ਦਾ, ਰਾਈਟ। ਸਵੇਰੇ ਦਿਨ ਚੜਿਆ ਹੈ, ਖਾ ਕੇ ਬ੍ਰੈਕਫਾਸਟ ਕਰਕੇ ਖੇਤਾਂ ਜਾਣਾ ਜਾਂ ਜੌਬਾਂ ਤੇ ਜਾਣਾ ਹੈ, ਉਹਦੇ ਬਾਅਦ ਲੰਚ ਦਾ ਟਾਈਮ ਹੋਣਾ, ਲੰਚ ਹੋਣਾ, ਉਹਦੇ ਬਾਅਦ ਡਿਨਰ
ਕਰਨ ਤੋਂ ਬਾਅਦ ਜਦੋਂ ਹਨੇਰਾ ਪੈ ਗਿਆ ਉਹਦੇ ਬਾਅਦ ਕੋਈ ਚੁੱਲ੍ਹੇ ਨਹੀਂ ਰਹਿੰਦਾ ਸੀ, ਕੋਈ ਸਨੈਕਸ ਨਹੀਂ ਹੁੰਦੇ ਸੀ, ਰਾਈਟ। ਉਹ ਤੋਂ ਬਾਅਦ ਪਾਠ ਪੂਜਾ ਹੋਈ, ਸੁੱਤੇ, ਆਰਾਮ ਕੀਤਾ, ਫੈਮਿਲੀ ਦੇ ਨਾਲ ਸਪੈਂਡ ਕੀਤਾ ਟਾਈਮ, ਇਹੀ ਹੁੰਦਾ ਸੀ। ਪਰ ਹੁਣ ਸਾਡੀ ਸਟਰਕਚਰ ਲਾਈਫ ਦੀ ਇਹ ਹੋ ਗਈ ਹੈ ਕਿ 11 ਵਜੇ ਤੱਕ, 12 ਵਜੇ ਤੱਕ ਸਾਡੇ ਕਿਚਨ ਨਹੀਂ ਬੰਦ ਹੁੰਦੀ, ਕੋਈ ਚਾਹ ਪੀ ਰਿਹਾ ਹੈ, ਕੋਈ ਕਾਫੀ ਪੀ ਰਿਹਾ ਹੈ, ਕੋਈ ਚਿਪਸ ਖਾ ਰਿਹਾ ਹੈ। ਤਾਂ ਕਰਕੇ ਇੰਟਰਮਿਟੈਂਟ ਫਾਸਟਿੰਗ ਦਾ ਹੁਣ ਟ੍ਰੈਂਡ ਦੁਬਾਰਾ ਆ ਗਿਆ ਟੂ ਗੋ ਬੈਕ ਟੂ ਜਿਹੜੇ ਸਾਡੇ ਪੁਰਖਾਂ ਦਾ ਲਾਈਫ ਸਟਾਈਲ ਸੀਗਾ ਕਿ ਜਦੋਂ ਸਾਂਝ ਪੈ ਗਈ ਹੈ, ਰਾਤ ਦਾ ਖਾਣਾ ਪੂਰਾ ਹੋ ਗਿਆ, ਅੰਧੇਰਾ ਪੈ ਗਿਆ, ਉਹਦੇ ਬਾਅਦ ਖਾਣਾ ਬੰਦ, ਰਾਈਟ, ਟੂ ਗਿਵ ਯੋਰ ਬੋਡੀ ਇੱਕ ਆਰਾਮ ਦਾ ਮੋਮੈਂਟ ਆਪਣੀ ਬੋਡੀ ਨੂੰ ਦੇਣ ਦੇ ਲਈ। ਨਾਓ ਮੈਂ ਇੱਥੇ ਇੱਕ ਕੌਸ਼ਨ ਦਾ ਵਰਡ ਕਹਿਣਾ ਚਾਹਾਂਗੀ ਕਿ ਜਿਨ੍ਹਾਂ ਦੀ ਡਾਇਬੀਟੀਜ਼ ਫੁੱਲੀ ਮੈਨੇਜ ਨਹੀਂ ਹੈ, ਜਿਨ੍ਹਾਂ ਦੀ ਬਲੱਡ ਸ਼ੂਗਰਸ ਫੁੱਲੀ ਹਲੇ ਕੰਟਰੋਲ ਵਿੱਚ ਨਹੀਂ ਨੇ, ਉਹਨਾਂ ਦੇ ਲਈ ਇਹ ਟਾਈਮ ਮੈਨੇਜ ਕਰਨਾ ਬਹੁਤ ਜ਼ਰੂਰੀ। ਜੇ ਤੁਸੀਂ 12 ਘੰਟੇ 18 ਘੰਟੇ ਨਹੀਂ ਖਾਓਗੇ ਤੁਹਾਡੇ ਬਲੱਡ ਸ਼ੂਗਰਸ ਹੋਰ ਕ੍ਰੈਸ਼ ਹੋ ਜਾਣਗੇ ਜਾਂ ਸਵੇਰੇ ਹਾਈ ਆਣਗੀਆਂ, ਰਾਈਟ। ਸੋ ਜਿਹੜਾ ਦਾ ਬਲੱਡ ਸ਼ੂਗਰ ਫੁੱਲੀ ਹਲੇ ਕੰਟਰੋਲ ਵਿੱਚ ਨਹੀਂ ਆਇਆ, ਉਹ ਇਹ ਲੰਬੇ ਅਰਸੇ ਦਾ ਪਰਹੇਜ਼ ਕਰਨ ਤੋਂ ਪਹਿਲਾਂ ਪਹਿਲੇ ਆਪਣੇ ਬਲੱਡ ਸ਼ੂਗਰਸ ਮੈਨੇਜ ਕਰ ਕੰਟਰੋਲ ਵਿੱਚ ਲਾਣਾ ਜ਼ਰੂਰੀ ਹੈਗਾ। ਪਰ ਕੁਝ ਪਰਹੇਜ਼ ਸਾਡੀ ਲਾਈਫ ਵਿੱਚ ਹੋਣਾ ਜ਼ਰੂਰੀ ਹੈ, ਕੁਝ ਸਟਰਕਚਰ ਹੋਣਾ ਜ਼ਰੂਰੀ ਹੈ, ਰਾਈਟ। ਐਨੀਵੇਜ਼, ਗੋਇੰਗ ਬੈਕ ਟੂ ਅਮਾਊਂਟ ਆਫ ਫੂਡ, ਇੰਟਰਮਿਟੈਂਟ ਫਾਸਟਿੰਗ ਦੇ ਥਰੂ ਇਟ ਹੈਲਪਸ ਅਸ ਇੱਕ ਤਰੀਕੇ ਦੇ ਨਾਲ ਫੋਰਸ ਕਰਦਾ ਹੈ ਇਹ ਸੋਚਣਾ ਕਿ ਮੈਨੂੰ ਸਬਰ ਆ ਗਿਆ ਕਿ ਮੈਂ ਖਾਣ ਦੇ ਲਈ ਖਾਂਦੀ ਪਈ ਹਾਂ ਜਾਂ ਮੈਂ ਆਪਣੇ ਮਨ ਨੂੰ ਪਰਚਾਉਣ ਦੇ ਲਈ ਖਾਂਦੀ ਪਈ ਹਾਂ। ਤਾਂ ਕਰਕੇ ਅਮਾਊਂਟਸ ਇਜ਼ ਇੰਪੋਰਟੈਂਟ। ਬਟ ਅੱਜ ਜਿਹੜੇ ਅਮਾਊਂਟਸ ਦੀ ਮੈਂ ਗੱਲ ਕਰਨੀ ਹੈ ਉਹ ਹੈ ਕਾਰਬੋਹਾਈਡਰੇਟ, ਜਿਹੜੀ ਗਲਾਈਸੀਮਿਕ ਇੰਡੈਕਸ ਦੀ ਆਪਣੇ ਆਪਾਂ ਗੱਲ ਕੀਤੀ ਉਹਦੇ ਨਾਲ ਅਟੈਚ ਕਰਕੇ। ਆਪਾਂ ਚੋਂ ਕਿਹਨਾਂ ਨੇ ਕਾਰਬੋਹਾਈਡਰੇਟ ਕਾਊਂਟਿੰਗ ਦਾ ਨਾਂ ਸੁਣਿਆ? ਸੋ ਕਈ ਵਾਰੀ ਆਪਾਂ ਜਿਹੜਾ ਡਾਇਬੀਟੀਜ਼ ਕਲੀਨਿਕਸ ਵਿੱਚ ਜਾਂਦੇ ਆ ਉਹ ਸਾਨੂੰ ਕਹਿੰਦੇ ਨੇ ਕਾਰਬ ਕਾਊਂਟਿੰਗ ਕਰੋ, ਰਾਈਟ। ਉਹ ਇੱਕ ਤਰੀਕਾ ਹੈ ਗਿਣਨ ਦਾ ਕਿ ਆਪਾਂ ਕਿੰਨੇ ਕਾਰਬੋਹਾਈਡਰੇਟ ਜਾਂ ਕਿੰਨੀ ਸ਼ੂਗਰ ਸਾਡੇ ਮੀਲ ਵਿੱਚ ਖਾਧੀ, ਕਿਉਂਕਿ ਜਿਨ੍ਹਾਂ ਨੇ ਇਨਸੂਲਿਨ ਯੂਜ਼ ਕਰਨੀ ਹੈ ਉਹਨਾਂ ਨੇ ਇਹ ਕਾਰਬੋਹਾਈਡਰੇਟ ਖਾਧੀ ਉਹਦੇ ਹਿਸਾਬ ਦੇ ਨਾਲ ਇਨਸੂਲਿਨ ਯੂਜ਼ ਕਰਨੀ ਹੈ ਜਾਂ ਐਡਜਸਟ ਕਰਨੀ ਹੈ। ਐਂਡ ਜੋ ਇਨਸੂਲਿਨ ਨਹੀਂ ਵੀ ਯੂਜ਼ ਕਰਦੇ ਪਏ ਉਹਨਾਂ ਦੇ ਲਈ ਜ਼ਰੂਰੀ ਹੈ ਕਿ ਡੇਲੀ ਤੁਹਾਡੇ ਇਨਟੇਕ ਆਲਮੋਸਟ ਉਹਦੇ ਇੱਕ ਬਾਲ ਪਾਰਕ ਜਾਂ ਉਹਨੇ ਆਸ-ਪਾਸ ਦੇ ਨੰਬਰ ਦੇ ਵਿੱਚ ਦੇ ਕਾਰਬੋਹਾਈਡਰੇਟ ਇਨਟੇਕ ਵਿੱਚ ਹੋ, ਕਿਉਂਕਿ ਉਹਦੇ ਨਾਲ ਤੁਹਾਡੀ ਬੋਡੀ ਦਾ ਇੱਕ ਰੂਟੀਨ ਬਣਦਾ ਹੈ ਕਿ ਰੋਜ਼ ਤੁਹਾਡੀ ਬੋਡੀ ਨੂੰ ਅੰਦਾਜ਼ਾ ਹੋ ਜਾਏਗਾ ਕਿ ਜਦੋਂ ਲੰਚ ਟਾਈਮ ਹੋਇਆ ਮੈਨੂੰ ਆਲਮੋਸਟ 60 grams ਆਫ ਕਾਰਬੋਹਾਈਡਰੇਟ ਮਿਲਣੇ ਹੀ ਮਿਲਣੇ, ਜਾਂ ਡਿਨਰ ਟਾਈਮ ਹੋ ਗਿਆ 60 to 70 ਕਾਰਬੋਹਾਈਡਰੇਟ ਮੈਨੂੰ ਮਿਲ ਜਾਣੇ। ਤਾਂ ਇੱਕ ਹਿਸਾਬ ਬਣ ਜਾਂਦਾ ਤੁਹਾਡੀ ਬੋਡੀ ਦਾ ਤੇ ਤੁਹਾਡੀ ਬੋਡੀ ਨੂੰ ਆਦਤ ਪੈਂਦੀ ਹੈ ਉਹੀ ਕਾਰਬੋਹਾਈਡਰੇਟ ਨੂੰ ਮੈਟਾਬੋਲਾਈਜ਼ ਕਰਨ ਦੀ, ਯੂਜ਼ ਕਰਨ ਦੀ, ਐਂਡ ਕੋਈ ਸ਼ੌਕ ਨਹੀਂ ਆਉਂਦਾ। ਤੇ ਤੁਹਾਡੀ ਸ਼ੂਗਰਸ ਅਪ ਐਂਡ ਡਾਊਨ ਫਲਕਚੁਏਟ ਘੱਟ ਹੁੰਦੀਆਂ ਨੇ। ਸੋ ਸਟੈਂਡਰਡ ਹੈਗਾ ਮੋਸਟ ਮੀਲਸ, ਬ੍ਰੈਕਫਾਸਟ, ਲੰਚ ਜਾਂ ਡਿਨਰ ਜਿਹੜਾ ਸਾਡਾ ਹੈਗਾ 3 ਮੀਲਸ ਆਫ 40 to 60 ਗ੍ਰਾਮ ਕਾਰਬੋਹਾਈਡਰੇਟ ਹੋਣੇ ਚਾਹੀਦੇ ਨੇ। ਤੇ ਜਿਹੜਾ ਤੁਹਾਡਾ ਸਨੈਕ ਹੈ ਉਹ 10 ਤੋਂ 12। ਹੁਣ ਇੱਕ ਮਿੰਟ ਚ ਗੱਲ ਕਰਾਂਗੀ ਇਹ 10 ਤੋਂ 12 ਹੁੰਦਾ ਕੀ ਹੈ, ਆਈ'll get to it in a minute। ਪਰ ਇਹ ਜਰਾ ਨੰਬਰ ਯਾਦ ਕਰ ਲਓ, ਜੇ ਤੁਸੀਂ ਛੋਟੇ ਕੱਦ ਕਾਠੀ ਦੇ ਹੋ ਗਏ ਹੋ, ਮੋਸਟ ਫੀਮੇਲਸ 40 ਗ੍ਰਾਮ ਇਜ਼ ਦ ਰੂਲ ਆਫ ਥੰਬ। ਜੇ ਤੁਸੀਂ ਵੱਡੇ ਕੱਦ ਕਾਠੀ ਦੇ ਹੈਗੇ ਹੋ ਤੇ 60 grams ਇਜ਼ ਦ ਰੂਲ ਆਫ ਥੰਬ। ਇੱਕ ਸਰਵਿੰਗ ਜਿਹੜੇ ਆਪਾਂ ਕਾਰਬ ਕਾਊਂਟਿੰਗ ਵਿੱਚ ਕਹਿੰਦੇ ਨੇ ਜਾਂ ਇੱਕ ਐਕਸਚੇਂਜ ਜਿਹਨੂੰ ਆਪਾਂ ਕਹਿੰਦੇ ਨੇ, ਉਹਦੇ ਵਿੱਚ 15 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਨੇ। ਹੁਣ ਕਾਫੀ ਸਾਰੇ ਮੈਂ ਐਗਜ਼ਾਮਪਲ ਇੱਥੇ ਬਤਾਏ ਨੇ। ਇੱਕ ਸਲਾਈਸ ਆਫ ਬ੍ਰੈਡ ਇਜ਼ 1 ਐਕਸਚੇਂਜ, ਮਤਲਬ 15 ਕਾਰਬੋਹਾਈਡਰੇਟ। ਇੱਕ ਫੁਲਕਾ 6 ਇੰਚ ਦਾ ਜਿਹੜਾ ਹੈਗਾ ਉਹ 15 ਕਾਰਬੋਹਾਈਡਰੇਟ। ਇੱਕ ਸੇਬ ਇਜ਼ 15 ਗ੍ਰਾਮ ਕਾਰਬੋਹਾਈਡਰੇਟ। ਅੱਧਾ ਕੱਪ ਚਨੇ ਦੀ ਸਬਜ਼ੀ 15 ਗ੍ਰਾਮ ਕਾਰਬੋਹਾਈਡਰੇਟ। ਹੁਣ ਇੱਥੇ ਮੈਂ ਨਾਰਮਲ ਜੀ ਇੱਕ ਮੀਲ ਬਣਾਇਆ ਸਿੰਪਲ ਜਿਹਾ, 1 ਕੱਪ ਖਿਚੜੀ, ਅੱਧਾ ਕਟੋਰੀ ਦਹੀਂ, ਅੱਧਾ ਕੱਪ ਸੈਲਡ ਤੇ 1 ਕੱਪ ਬਲੂਬੇਰੀ। that is 4 carbohydrate exchange, right, which is a normal meal। ਅੱਧਾ ਕੱਪ ਰਾਜਮਾ, ਅੱਧਾ ਕੱਪ ਚਾਵਲ, 1 ਕੱਪ ਰਾਜਮਾ ਤੇ ਅੱਧਾ ਕੱਪ ਖੀਰ, that is ਇੱਕ meal ਹੋ ਗਿਆ। it is again 4 carbohydrate exchange। ਸੇਮ ਮੈਂ ਅੱਗੇ ਹੋਰ ਇੱਕ ਐਕਸਟੈਂਸ਼ਨ ਕੀਤਾ ਹੈ, 1 ਕੱਪ ਚਿਕਨ ਕਰੀ ਹੋ ਗਈ ਜਾਂ ਮਟਰ ਪਨੀਰ ਦੀ ਸਬਜ਼ੀ ਹੋ ਗਈ, 2 ਫੁਲਕੇ ਹੋ ਗਏ, ਅੱਧਾ ਕਟੋਰੀ ਸੈਲਡ ਹੋ ਗਿਆ ਜਿਵੇਂ ਨਾਰਮਲ ਜਿਹੜਾ ਆਪਾਂ ਘਰੇ ਬਣਾਉਂਦੇ ਕਿਊਕੰਬਰ, ਟਮੈਟੋ, ਅਨੀਅਨਸ, ਐਂਡ ਅੱਧਾ ਕੇਲਾ ਉਹਦੇ ਬਾਅਦ ਤੁਸੀਂ ਲੈ ਲਓ, that is 4 carbohydrate। ਸੇਮ ਬ੍ਰੈਕਫਾਸਟ ਦੇ ਲਈ 1 ਪਰੌਂਠੀ ਛੋਟੀ 6 ਇੰਚ ਵਾਲੀ, 1 ਅੰਡੇ ਦਾ ਆਮਲੇਟ ਤੇ 1 orange, that is 4 carbohydrate। ਹੁਣ ਲਾਸਟ, ਟਾਈਮਿੰਗ ਆਫ ਮੀਲਸ। ਇੰਟਰਮਿਟੈਂਟ ਫਾਸਟਿੰਗ ਦੇ ਬਾਰੇ ਮੈਂ ਆਲਰੇਡੀ ਗੱਲ ਕਰ ਚੁੱਕੀ ਹਾਂ। ਮੋਸਟ ਮੀਲਸ 3 ਤੋਂ 4 ਘੰਟੇ ਦੇ ਇੰਟਰਵਲ ਤੇ ਹੋਣੇ ਚਾਹੀਦੇ ਨੇ। ਜੇ ਤੁਸੀਂ ਕਿਤੇ ਬਾਹਰ ਗਏ ਹੋ ਜਾਂ ਕਿਸੇ ਹੋਰ ਰੀਜ਼ਨ ਦੇ ਲਈ ਤੁਹਾਨੂੰ ਦੇਰ ਹੋ ਗਈ ਹੈ, ਤੁਸੀਂ ਵਿੱਚ ਸਨੈਕ ਖਾ ਸਕਦੇ ਹੋ ਤਾਂ ਕਿ ਤੁਹਾਡਾ ਸ਼ੂਗਰ ਲੈਵਲ ਕ੍ਰੈਸ਼ ਨਾ ਹੋਵੇ। ਹੁਣ ਬਾਹਰ ਖਾਣ ਦੀ ਗੱਲ ਕਰੀਏ, ਰਾਈਟ। ਕਈ ਵਾਰੀ ਆਪਾਂ ਕਹਿੰਦੇ ਨੇ ਸ਼ਾਮੀ ਕਿਸੇ ਦੇ ਘਰ ਰੋਟੀ ਤੇ ਜਾਣਾ ਹੈ, ਚਲੋ ਲੰਚ ਮਿਸ ਕਰ ਲਓ ਜਾਂ ਸ਼ਾਮ ਦੀ ਚਾਹ ਮਿਸ ਕਰ ਲਓ, ਉੱਥੇ ਜਾ ਕੇ ਪੀਣੀ ਹੈ। that is ਇੱਕ ਸਭ ਤੋਂ ਵੱਡੀ ਗਲਤੀ ਹੈਗੀ ਹੈ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਉਹਨਾਂ ਦੇ ਲਈ ਵੀ, ਜਿਨ੍ਹਾਂ ਨੂੰ ਨਹੀਂ ਹੈਗੀ ਉਹਨਾਂ ਦੇ ਲਈ ਵੀ। ਕਿਉਂਕਿ ਤੁਸੀਂ ਬਾਅਦ ਟਾਈਮ ਉੱਥੇ ਜਾਓਗੇ, ਬਾਅਦ ਟਾਈਮ ਉਹਨਾਂ ਨੂੰ ਮਿਲੋਗੇ ਤਾਂ ਸ਼ੂਗਰਸ ਆਲਰੇਡੀ ਡ੍ਰੌਪਿੰਗ।
ਸੋ ਅੰਦਰੋਂ ਘਬਰਾਹਟ ਹੋਣ ਲੱਗ ਪੈਂਦੀ ਹੈ। ਤਾਂ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਮੀਲਸ ਨਾ ਮਿਸ ਕਰੋ ਜਾਣ ਤੋਂ ਪਹਿਲਾਂ। ਆਪਣਾ ਸਕੇਡਿਊਲ ਜਿਹੜਾ ਰੂਟੀਨ ਤੁਸੀਂ ਬਣਾਇਆ ਉਹਦੇ ਉੱਤੇ ਡੈਫੀਨਿਟਲੀ ਫੋਲੋ ਕਰੋ। ਬਾਹਰ ਜਾ ਕੇ ਜਦੋਂ ਕੋਈ ਚੀਜ਼ ਸਰਵ ਕੀਤੀ ਗਈ ਹੈ ਉਹਦਾ ਪਹਿਲਾ ਬਫੇ ਦਾ ਸਰਵੇ ਲੈ ਲਓ ਕਿ ਕਿਹੜੀ ਚੀਜ਼ਾਂ ਸਰਵ ਕੀਤੀਆਂ ਗਈਆਂ। ਜਿਹੜੀ ਲੋ ਕਾਰਬੋਹਾਈਡਰੇਟ ਆਪਸ਼ਨ ਆਪਾਂ ਜਿਹੜੇ ਬਾਰੇ ਗੱਲ ਕੀਤੀ ਹੈ ਉਹਦੇ ਵਿੱਚ ਆਪਣੀ ਪਲੇਟ ਪਹਿਲਾਂ ਭਰੋ, ਉਹ ਮੋਸਟ ਸਰਵਿੰਗਸ ਲਓ, ਬਾਕੀ ਚੀਜ਼ਾਂ ਪਹਿਲਾਂ ਲਓ। ਪਾਣੀ, ਦਿਸ ਟ੍ਰਿਕ, ਇਹ ਗੱਲ ਟ੍ਰਿਕ ਹਮੇਸ਼ਾ ਮੇਰੇ ਲਈ ਚੱਲਦੀ ਹੈ ਕਿ ਮੈਂ ਹਮੇਸ਼ਾ ਪਾਣੀ ਦਾ ਗਲਾਸ ਹੱਥ ਵਿੱਚ ਰੱਖਦੀ ਹਾਂ ਜਦੋਂ ਮੈਂ ਕਿੱਥੇ ਪਾਰਟੀ ਵਿੱਚ ਜਾਂਦੀ ਹਾਂ, ਕਿਉਂਕਿ ਜੇ ਪਾਣੀ ਦਾ ਹੱਥ ਵਿੱਚ ਗਲਾਸ ਹੋਣਾ ਹੈ ਤਾਂ ਤੁਸੀਂ ਨਾਰਮਲੀ ਹੋਰ ਚੀਜ਼ਾਂ ਪਿਕ ਕਰਕੇ ਘੱਟ ਖਾਣ ਦੀ ਆਦਤ ਪੈਂਦੀ ਹੈ, ਰਾਈਟ। ਸੋ ਯੂਜ਼ ਦੈਟ। ਕਈ ਲੋਕੀ ਛੋਟੀ ਪਲੇਟ ਪ੍ਰੈਫਰ ਕਰਦੇ ਨੇ ਵੱਡੀ ਨਾਲੋਂ ਤਾਂ ਕਿ ਘੱਟ ਖਾਧਾ ਜਾਵੇ। ਐਮਟੀ ਕੈਲਰੀਜ਼, ਐਲਕੋਹਲਿਕ ਡਰਿੰਕਸ, ਜਿਹੜੇ ਲੋਕ ਡਰਿੰਕ ਕਰਨਾ ਪਸੰਦ ਕਰਦੇ ਨੇ, ਮੈਨੂੰ ਹਲੇ ਤੱਕ ਕੋਈ ਪੇਪਰ ਨਹੀਂ ਮਿਲਿਆ ਜਾਂ ਹਲੇ ਤੱਕ ਕੋਈ ਰੀਜ਼ਨ ਨਹੀਂ ਮਿਲਿਆ ਕਿ ਇਹ ਪੀਣਾ ਜ਼ਰੂਰੀ ਹੈਗਾ, ਰਾਈਟ। ਇਹ ਤੁਹਾਡੇ ਸ਼ੂਗਰ ਲੈਵਲਸ ਨੂੰ ਅਫੈਕਟ ਕਰਦਾ ਹੈ, ਤੁਹਾਡੇ ਮੀਲ ਟਾਈਮਿੰਗਸ ਨੂੰ ਅਫੈਕਟ ਕਰਦਾ ਹੈ, a lot of different things. So alcohol, I don't see a reason why ਆਪਣੀ daily consumption ਵਿੱਚ ਸਾਨੂੰ add ਕਰਨਾ ਹੈ। Same goes for soda, pop, sugars, coffees. Fresh versus others, last point ਜਿਹੜਾ ਮੈਂ ਅੱਜ ਦਾ ਡਿਸਕਸ ਕਰਾਂਗੀ। ਜੇ ਤੁਸੀਂ ਫਰੈਸ਼ ਫਰੂਟ ਜਾਂ ਵੈਜੀਟੇਬਲ ਨਹੀਂ ਅਵੇਲੇਬਲ ਹੈਗਾ ਜਾਂ ਜ਼ਿਆਦਾ ਐਕਸਪੈਂਸਿਵ ਹੈਗਾ, ਜਿਹਦਾ ਸਪੈਸ਼ਲੀ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਗਰੋਸਰੀ ਇੰਨੀ ਐਕਸਪੈਂਸਿਵ ਹੋ ਗਈ ਹੈ ਮਾਰਕੀਟ ਵਿੱਚ, ਕੈਨਡ ਤੇ ਫਰੋਜ਼ਨ ਜਿਹੜੇ ਵੈਜੀਟੇਬਲਸ ਤੇ ਫਰੂਟਸ ਨੇ ਉਹ ਵੀ ਇਕੁਅਲੀ ਨਿਊਟ੍ਰੀਸ਼ੀਅਸ ਨੇ, ਰਾਈਟ। ਇਨਫੈਕਟ ਕਈ ਵਾਰੀ ਉਹ ਜ਼ਿਆਦਾ ਫਰੈਸ਼ ਪੈਕ ਕੀਤੇ ਗਏ ਹੁੰਦੇ ਨੇ ਵਰਸਸ ਜਿਹੜਾ ਆਪਾਂ ਸਾਨੂੰ ਲੱਗਦਾ ਫਰੈਸ਼, ਰਾਈਟ। ਫੋਰ ਐਗਜ਼ਾਮਪਲ ਕੇਲਾ, ਜਿਹੜਾ ਅਸੀਂ ਕੇਲਾ ਯੈਲੋ ਕੇਲਾ ਮਾਰਕੀਟ ਤੋਂ ਖਰੀਦਦੇ ਹਾਂ, ਉਹ ਐਟਲੀਸਟ 2 ਹਫ਼ਤੇ 10 ਦਿਨ ਟਰੱਕ ਵਿੱਚ ਸਫ਼ਰ ਕਰਕੇ ਆਇਆ ਹੈ, ਕੈਮੀਕਲ ਫਿਊਮਸ ਦੇ ਨਾਲ ਉਹਨੂੰ ਆਪਾਂ ਪੀਲਾ ਕੀਤਾ ਹੈ, rather than frozen strawberries ਜਿਹੜੀ ਬਿਲਕੁਲ ਫਰੈਸ਼ ਸਟੇਟ ਵਿੱਚ ਪਿਕ ਕਰਕੇ ਫਰੀਜ਼ ਕੀਤੀਆਂ ਗਈਆਂ ਨੇ, ਰਾਈਟ। ਸੋ ਕਈ ਵਾਰੀ ਜਿਹੜੇ ਫਰੋਜ਼ਨ ਤੇ ਕੈਨ ਫਰੂਟਸ ਨੇ ਉਹ ਜ਼ਿਆਦਾ ਫਰੈਸ਼ ਪਿਕ ਕੀਤੇ ਗਏ ਹੁੰਦੇ rather than ਜੋ ਸਾਨੂੰ ਫਰੈਸ਼ ਮਾਰਕੀਟ ਵਿੱਚ ਦਿਖਦਾ ਹੈ। That's it. Thank you.